नानक नाम चढ़ती कला तेरे भाने सरबत का। 12 माह माज महला पंजवा कर चौथा। किरत कर्म के विछड़े कर कृपा मेलो राम। 4 कुंट दै 10 परमे थक आए प्रभ की साम। तीन दुदे ते बाहरी किते न आवे काम। जल बिन साख कुमलावती उपजै नाही दाम। हर नान मिलिए साजने कत पाइए विश्राम। जित कर हर कंत न प्रगटी पठ नगर से ग्राम। सर्व सिगार तंबोल रस सण देही सब खाम। प्रभ स्वामी कंत विहूणिया मीत सज्जन सब जाम। नानक की बेनंतिया कर कृपा दीजै नाम। हर मिलो स्वामी संग प्रभ जिसका ने चलताम। नानक नाम चढ़ती कला तेरे भाने सरबत का। 12 माह माज महला पंजवा कर चौथा। सावण सरसी कामणी चरण कमल स्यों प्यारे। मन तन रता सच रंग इको नाम आधार। नानक नाम चढ़ती कला तेरे भाने। अज दा दिहाड़ा सावन महीने का है। अज के शुभ दिहाड़े ते गुरु अर्जन साहबान अपने उपदेश के राही सानू ये समझाते हैं साडा ये मन अते तन उस पिता परमात्मा दे स्वरूप विचों सानू मिलिया है, जिसदी खुशी असी लोड़ दे पालदे हुए जन्म जन्म गुजार बैठते हाँ, जिस दे नाल सानू मुश्किलां ते औकड़ां दा सामना भी करना पैंदा है। और असी तमाम दुनिया दे जीव अपने मालक अते परमात्मा नू अते परमेश्वर नू याद करते हाँ, पर उत तक जित तक सिर्फ सानू अपनियां सुख चैन जां थोड़ी तसल्ली सबर जा आ जाए। जिस तरह अज के महीने नू सह बयान करते हैं कि साड़ी जिस तरह आत्मा परमात्मा दे नाल वसल करना चाहती है, इसी तरह ही हिंदुस्तान की एक सभ्यता है, एक सिद्धांत है, मत है, रिवाज है कि जिहड़ा इस महीने विच किसी की अगर शादी हो जाती है तो उस लड़की ते लड़के दे मिलाप दे विच लड़की नूं अपने पीर का मतलब महके भेज दिता जाता है। मिसाल वजह ये कहने कि अपने सस दे मत्थे नहीं लगना चाहिए। और उसी तरह ही साहब बयान करते हैं कि साड़ी जिहड़ी आत्मा है ये अपने मात पिता परमात्मा का रूप जिहड़ा है वो लैके समात लोक विच आई है। और इस शरीर दे नाल ओहदा इन्ना तलुकात है
ਜਿਹਦੇ ਵਿੱਚ ਉਸ ਨੂੰ ਜੁਦਾਈ ਅਤੇ ਵਿਛੋੜਾ ਮਿਲਿਆ ਹੋਇਆ ਹੈ। ਉਹ ਜਿਹੜੇ ਸਾਡੇ ਇਹਦੇ ਦਰਮਿਆਨ ਰਿਵਾਜ਼ ਅਤੇ ਰਸਮਾਂ ਹਨ, ਉਹ ਸਾਡੇ ਮਨ ਦੇ ਹਨ ਅਤੇ ਵਿਕਾਰਾਂ ਦੇ ਹਨ ਅਤੇ ਸਾਡੇ ਹੋਮੇ ਦੇ ਹਨ, ਜਿਹਦੇ ਨਾਲ ਸਾਡੀ ਆਤਮਾ ਨੂੰ ਸਾਵਣ ਦੇ ਮਹੀਨੇ ਦੀ ਤੇ ਨਹੀਂ ਬਲਕਿ ਕਈ ਜਨਮਾਂ ਦਾ ਵਿਛੋੜਾ ਮਿਲਿਆ ਹੋਇਆ ਹੈ, ਜਿਹੜੀ ਕਿ ਇਸ ਜਾਮੇ ਦੇ ਵਿੱਚ ਆ ਕੇ, ਇਸ ਜੀਵ ਸਰੀਰ ਵਿੱਚ ਆ ਕੇ ਫਿਰ ਵੀ ਆਪਣੇ ਮਾਲਕ ਨੂੰ ਮਿਲਣ ਦੇ ਵਿੱਚ ਵਿਆਕਲ ਹੁੰਦੀ ਹੈ। ਉਸ ਦੀ ਵਿਆਕਲਤਾ ਜਿਹੜੀ ਸਾਹਿਬ ਬਿਆਨ ਕਰ ਰਹੇ ਸਾਵਣ ਸੱਸ ਕਾਮਨੀ, ਕਿ ਜਿਸ ਤਰ੍ਹਾਂ ਮਤਲਬ ਕਿ ਆਪਣੇ ਇੱਕ ਵਿਆਹਤਾ ਔਰਤ ਨੂੰ ਆਪਣੇ ਪਤੀ ਤੋਂ ਜੁਦਾ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਡੀ ਆਤਮਾ ਨੂੰ ਪਰਮਾਤਮਾ ਤੋਂ ਮਨ ਜਿਹੜਾ ਹੈ ਉਹ ਜੁਦਾ ਕਰ ਦਿੰਦਾ ਹੈ। ਔਰ ਮਨ ਦਾ ਜੁਦਾ ਕਰਨਾ ਸਿਰਫ ਤਨ ਦੇ ਵਿੱਚ ਹੈ। ਜਦੋਂ ਉਸ ਤਨ ਦੇ ਵਿੱਚੋਂ ਉਹ ਚੀਜ਼ ਰੂਹ ਨਿਕਲਦੀ ਹੈ ਤੇ ਉਹ ਮਨ ਦਾ ਸਾਹ ਟੁੱਟ ਜਾਂਦਾ ਹੈ ਔਰ ਰੂਹ ਆਪਣੇ ਪ੍ਰੀਤਮ ਪਿਆਰੇ ਦੀ ਚਰਨਾਂ ਵਿੱਚ ਲੀਨ ਹੋਣ ਵਾਸਤੇ ਚਲੇ ਜਾਂਦੀ ਹੈ। ਪਰ ਗੁਰੂ ਸਾਹਿਬ ਇਹ ਬਿਆਨ ਕਰਦੇ ਹਨ ਕਿ ਮਰਨ ਤੋਂ ਬਾਅਦ ਜਾਂ ਤਨ ਛੱਡਣ ਤੋਂ ਬਾਅਦ ਜਾਂ ਮਨ ਨੂੰ ਮਾਰਨ ਤੋਂ ਬਾਅਦ ਹੀ ਜੇ ਇੱਕ ਰੂਹ ਨੂੰ ਮਿਲਾਉਣਾ ਹੈ ਤੇ ਇਹ ਸਾਡੀ ਬੇਸਮਝੀ ਅਤੇ ਕਮਅਕਲੀ ਜੀ ਹੈ, ਮਨਮਤੀ ਹੈ। ਜੇ ਅਸੀਂ ਜੀਂਦੇ ਜੀ ਹੀ ਇਸ ਰੂਹ ਨੂੰ, ਆਤਮਾ ਨੂੰ ਤਨ ਮਨ ਦੇ ਅਧੀਨ ਤੋਂ ਆਜ਼ਾਦ ਕਰਕੇ ਉਸ ਪਰਮਾਤਮਾ ਨਾਲ ਜੋੜ ਲਈਏ ਜਾਂ ਵਸਲ ਕਰਵਾ ਦਈਏ ਤੇ ਸਾਡਾ ਜਿਹੜਾ ਇਹ ਜਾਮਾ ਹੈ ਇਹ ਬੜਾ ਉੱਚਾ ਅਤੇ ਸੁੱਚਾ ਹੋ ਸਕਦਾ ਹੈ। ਉਸ ਦੇ ਵਸਲ ਕਰਨ ਦੀ ਜਿਹੜੀ ਸਾਧਨਾ ਜੁਗਤੀ ਹੈ ਉਹ ਕੇਵਲ ਸਾਹਿਬ ਨੇ ਤੇ ਆਖਰ ਵਿੱਚ ਨਾਮ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਸਿਮਰਨ ਦੇ ਨਾਲ ਅਸੀਂ ਟੁੱਟੇ ਹਾਂ, ਸਿਮਰਨ ਦੇ ਨਾਲ ਹੀ ਅਸਾਂ ਜੁੜਨਾ ਹੈ। ਝੋਨੇ ਦੀ ਫਸਲ ਬਾਰੇ ਬਿਆਨ ਕੀਤਾ ਜਾਂਦਾ ਕਿ ਜਿਵੇਂ ਚਾਵਲ ਦੇ ਚੌਲਾਂ ਦਾ ਖੇਤ ਪਾਣੀ ਨਾਲ ਹਰਾ ਹੁੰਦਾ ਹੈ, ਪਾਣੀ ਜ਼ਿਆਦਾ ਹੋ ਜਾਂਦਾ ਮਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਇਹ ਰੂਹ, ਇਹ ਆਤਮਾ ਪਰਮਾਤਮਾ ਦੇ ਵਸਲ ਦੇ ਵਿੱਚ ਤੜਫ ਰਹੀ ਹੈ, ਵਿਆਕਲ ਹੋਈ ਹੈ ਔਰ ਇਸ ਨੂੰ ਜੋ ਪ੍ਰੇਮ ਰੂਪੀ ਪਾਣੀ ਚਾਹੀਦਾ ਹੈ ਉਹ ਕੇਵਲ ਇੱਕ ਨਾਮ ਹੈ, ਜਿਹਨੂੰ ਸਾਹਿਬ ਨੇ ਬਿਆਨ ਕੀਤਾ ਹੈ ਕਿ ਪੱਖਾ ਫੇਰਾਂ ਪਾਣੀ ਢੋਵਾਂ ਜੋ ਦੇਵੇਂ ਸੌ ਖਾਈ, ਨਾਨਕ ਗਰੀਬ ਟੈ ਪਿਓ ਦੁਆਰੇ ਹਰ ਮੇਲ ਲਿਓ ਵਡਿਆਈ। ਹੇ ਦਾਤਾ, ਮੈਂ ਆਪ ਦੀ ਸੇਵਾ, ਆਪ ਦੀ ਸ਼ਰਨ, ਆਪ ਦੀ ਮਿਹਰ ਅਤੇ ਕਿਰਪਾ ਦੇ ਲੋਚਦਾ ਹਾਂ, ਤੜਫਦੀ ਹਾਂ। ਜੇ ਤੂੰ ਮੇਰੇ 'ਤੇ ਕਿਰਪਾ ਕਰੇ ਤੇ ਆਪਣਾ ਮੈਨੂੰ ਐਸਾ ਸੱਜਣ ਪੁਰਖ ਮਿਲਾ ਜਿਹਦੇ ਮਿਲਣ ਉੱਤੇ ਮੈਂ ਆਪ ਨਾਲ ਵਸਲ ਕਰ ਸਕਾਂ। ਜਿਸ ਤਰ੍ਹਾਂ ਕਿ ਗੁਰੂ ਰਾਮਦਾਸ ਜੀ ਬਿਆਨ ਕਰਦੇ ਹਨ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਬਿਰਹੋਂ ਹੈ, ਵਿਰਾਗ ਹੈ, ਵਿਛੋੜਾ ਹੈ, ਵਿਆਕਲਤਾ ਹੈ, ਤੜਫ ਹੈ। ਅੱਜ ਦੇ ਇਸ ਮਹੀਨੇ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਬਰਸਾਤ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦਿਨਾਂ ਦੇ ਵਿੱਚ ਕੁਝ ਥਾਵਾਂ 'ਤੇ ਆਪਣੇ ਮੇਲੇ ਮਸਾਦੇ ਵੀ ਲੱਗਦੇ ਹਨ। ਸਾਵਣ ਦੇ ਮਹੀਨੇ ਨੂੰ ਮਨਾਉਣ ਵਾਸਤੇ ਸਾਡੇ ਉੱਥੇ ਤੀਏ, ਜਿਹਨੂੰ ਸਾਵਣ ਅਸੀਂ ਆਖਦੇ ਹਾਂ, ਸਾਵੇਂ ਮਨਾਏ ਜਾਂਦੇ ਹਨ। ਉੱਥੇ ਬਾਹਰ ਦੀਆਂ ਮੁਟਿਆਰਾਂ ਲੜਕੀਆਂ ਪੀਂਘਾਂ ਝੂਟਦੀਆਂ ਹਨ ਜਾਂ ਆਪਣੇ ਘਰਾਂ ਵਿੱਚੋਂ ਬਾਹਰ ਜਾ ਕੇ ਬਾਗ ਬਗੀਚਿਆਂ ਵਿੱਚ ਜਾਂ ਖੁੱਲ੍ਹੇ ਥਾਵਾਂ 'ਤੇ ਆਪਣਾ ਮੰਗਲ ਗਾਨ ਵੀ ਕਰਦੀਆਂ ਹਨ। ਸਿਰਫ ਇੱਕ ਖੁਸ਼ੀ ਕਿ ਪਰਮਾਤਮਾ ਨੇ ਸਾਡੇ ਮਤਲਬ ਕਿ ਧਰਤੀ ਨੂੰ, ਜੋ ਕਿ ਪਿਆਸੀ ਹੋਈ ਸੀ, ਨਦੀਆਂ ਨਾਲਿਆਂ ਸਮੁੰਦਰਾਂ ਦੇ ਪਾਣੀ ਦੇ ਬਾਵਜੂਦ ਵੀ ਉਹਨੂੰ ਅੰਬਰਾਂ ਦਾ ਅਰਸ਼ਾਂ ਦਾ ਪਾਣੀ ਚਾਹੀਦਾ ਸੀ। ਇਸੇ ਤਰ੍ਹਾਂ ਹੀ ਦੁਨੀਆ ਦੇ ਸਾਰੇ ਸੁੱਖ ਮਿਲ ਜਾਣ ਦੇ ਬਾਵਜੂਦ ਵੀ ਆਤਮਾ ਨੂੰ ਜੋ ਸੁੱਖ ਹੈ ਉਹ ਪਰਮਾਤਮਾ ਤੋਂ ਪਾਸੋਂ ਮਿਲੇਗਾ ਔਰ ਮਿਲਦਾ ਹੈ। ਇਸ ਵਾਸਤੇ ਉਹ ਖੁਸ਼ੀ ਮੰਗਲ ਗਾਨ ਜਿਹੜਾ ਹੈ ਇਹ ਸੀਰ ਵਿੱਚ ਮਨ ਦੇ ਰਾਹੀਂ ਔਰ ਤਨ ਦੇ ਰਾਹੀਂ ਪੈਦਾ ਹੁੰਦਾ ਹੈ। ਜਿਵੇਂ ਸਾਡੇ ਸਰੀਰ ਦੀਆਂ 10 ਇੰਦਰੀਆਂ ਹਨ ਔਰ 360 ਨਾਰੀਆਂ ਹਨ, ਜਿਨ੍ਹਾਂ ਨੂੰ ਕ੍ਰਿਸ਼ਨ ਭਗਵਾਨ ਨੇ ਦੁਆਪਰ ਯੁੱਗ ਵਿੱਚ ਆਪਣੀਆਂ ਸਖੀਆਂ ਦਾ ਰੂਪ ਦਿੱਤਾ ਸੀ। ਆਪਣੀਆਂ ਸਾਰੀਆਂ ਨਾਰੀਆਂ ਨੂੰ ਬਾਹਰੀ ਰੂਪ 'ਚ ਲਿਆ ਕੇ ਸਖੀਆਂ ਨਾਮ ਵਿੱਚ 360 ਸਖੀਆਂ ਦੇ ਨਾਂ ਦੇ ਨਾਲ ਯਾਦ ਕੀਤਾ ਗਿਆ। 16,000 ਨਾਰ ਵੀ ਕਹੀ ਗਈ, ਇਹ ਸਾਡੇ ਜਿਸਮ ਦੇ ਵਿੱਚ ਸਾਡੇ ਖੂਨ ਨੂੰ ਟਰਾਂਸਮਿਟ ਕਰਦੇ ਹਨ, ਬਦਲਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਸਾਰੇ ਇਸ ਸਰੀਰ ਦੇ ਅੰਦਰ ਜਿੰਨਾ ਵੀ ਪਰਮਾਤਮਾ ਦਾ ਬਣਾਇਆ ਹੋਇਆ ਢਾਂਚਾ ਹੈ, ਇਹ ਹੱਡੀਆਂ ਤੇ ਪਾਕ ਦਾ ਤੇ ਮਾਸ ਦਾ ਨਹੀਂ ਹੈ, ਬਲਕਿ ਇਹ ਪਰਮਾਤਮਾ ਦਾ ਇੱਕ ਰਹਿਣ ਦਾ ਪੱਕਾ ਕਿਲਾ ਅਤੇ ਮਕਾਮ ਹੈ। ਜਿਸ ਤਰ੍ਹਾਂ ਕਿ ਪਹਿਲੇ ਸਤਸੰਗ 'ਚ ਅਰਜ਼ ਕੀਤੀ ਸੀ ਕਿ ਰੱਬ ਨੂੰ ਪਾਉਣ ਦਾ ਸ਼ੌਂਕ ਤੇ ਹੈ, ਪਰ ਸਾਡੇ ਆਪਣੇ ਕੋਈ ਪ੍ਰਿੰਸੀਪਲ ਨਹੀਂ, ਭਾਵ ਅਸੂਲ ਨਹੀਂ ਹਨ, ਬਲਕਿ ਅਸੀਂ ਬੱਝੇ ਪਏ ਹਾਂ ਕਿਹਦੇ ਥੱਲੇ? ਆਪਣੀ ਰਸਮਾਂ ਰਿਵਾਜ਼ਾਂ ਥੱਲੇ, ਆਪਣੇ ਮਜ਼ਹਬਾਂ ਅਤੇ ਜਾਤਾਂ ਦੇ ਥੱਲੇ।
ਆਪਣੇ ਬਾਹਰੀ ਲੋੜਾਂ ਅਤੇ ਗਰਜਾਂ ਦੇ ਥੱਲੇ। ਜਿਹੜੇ ਰੱਬੀ ਅਸੂਲ ਹਨ, ਅਗਰ ਅਸੀਂ ਉਹ ਪਾ ਲੈ ਮੰਨ ਲੈਂਦੇ ਹਾਂ ਜਾਂ ਉਹ ਉੱਤੇ ਚੱਲਦੇ ਹਾਂ, ਤੇ ਫਿਰ ਜਾ ਕੇ ਸਾਨੂੰ ਇਹ ਸੱਚ ਪਤਾ ਲੱਗਦਾ ਹੈ ਕਿ ਅਸਲ ਵਿੱਚ ਸੱਚਾਈ ਕੀ ਹੈ। ਜਿਸ ਤਰ੍ਹਾਂ ਪਿੱਛੇ ਹੀ ਸੌਥਲ ਸਤਸੰਗ ਕਿਹਾ ਸੀ ਕਿ ਸੂਰਜ ਇੱਕ ਹੋਣ ਦੇ ਨਾਲ ਰੁੱਤਾਂ ਅਨੇਕ ਹਨ, ਮਗਰ ਸੂਰਜ ਇੱਕ ਦੇ ਵਿੱਚੋਂ ਲੱਖਾਂ ਨਹੀਂ ਕਰੋੜਾਂ ਹੀ ਯੁੱਗਾਂ ਦੇ ਵਿੱਚ, ਜਿਹਾਂ ਸਤਯੁਗ, ਦੁਆਪਰ, ਤ੍ਰੇਤਾ, ਇਹਨਾਂ ਦੇ ਅੰਦਰ ਵੀ ਇਸ ਸੂਰਜ ਤੋਂ ਧੁੱਪ ਲਈ ਗਈ, ਸੂਰਜ ਤੋਂ ਕਈ ਫਾਇਦੇ ਲਏ ਗਏ। ਸੂਰਜ ਦੀ ਅਕਸ਼ ਦੇ ਰਾਹੀਂ ਦੁਨੀਆ ਦੀ ਹਰ ਚੀਜ਼ ਨੂੰ ਕਾਇਮ ਕੀਤਾ ਗਿਆ, ਮਗਰ ਇਹਦੇ ਪ੍ਰਕਾਸ਼ ਵਿੱਚ, ਇਹਦੇ ਲੋਹ ਵਿੱਚ, ਇਹਦੀ ਤੇਜ ਵਿੱਚ, ਇਹਦੀ ਤਪਸ ਵਿੱਚ ਕੋਈ ਫਰਕ ਨਾ ਪਿਆ। ਇਸ ਤਰ੍ਹਾਂ ਹੀ ਆਤਮਾ ਸਾਡੇ ਅੰਦਰ ਜੁਗਾਂ ਜਗੰਤਰਾਂ ਤੋਂ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਫਰਕ ਕਦੋਂ ਪੈਂਦਾ ਹੈ? ਜਦੋਂ ਇਹਦੇ ਉੱਤੇ ਮਨ ਦੇ ਬੱਦਲ ਛਾ ਜਾਂਦੇ ਨੇ, ਮੋਹ ਮਮਤਾ ਦੇ ਬੱਦਲ ਛਾ ਜਾਂਦੇ ਨੇ, ਲੋਭ ਮੋਹ ਦੇ ਬੱਦਲ ਛਾ ਜਾਂਦੇ ਨੇ, ਹੰਕਾਰ ਦੇ, ਕ੍ਰੋਧ ਦੇ, ਕਾਮ ਦੇ ਬੱਦਲ ਛਾ ਜਾਂਦੇ ਨੇ। ਉਸ ਵਕਤ ਅਸਲ ਵਿੱਚ ਜਿਹੜਾ ਕਾਮ ਲਫ਼ਜ਼ ਹੈ, ਵੈਸੇ ਤੇ ਇਹਨੂੰ ਆਮ ਭਾਸ਼ਾ 'ਚ ਵਰਤਿਆ ਜਾਂਦਾ ਹੈ ਵਿਸ਼ੇ, ਜਿਸ ਤਰ੍ਹਾਂ ਕਿ ਸਾਡਾ ਮਤਲਬ ਕਿ ਜਸਮਾਨੀ ਤਲੋਕਾਤ ਹਨ, ਪਰ ਜੇ ਇਹਨੂੰ ਅਸੀਂ ਇੰਗਲਿਸ਼ ਰੂਪ 'ਚ ਲੈ ਕੇ ਕਾਮ ਨੂੰ ਲੱਗ ਜਾਂਦੇ ਹਾਂ ਤਾਂ ਉਹਦੇ ਮਤਲਬ ਹੁੰਦਾ ਕਿ ਸ਼ਾਂਤ। ਜੇ ਤੂੰ ਕਹਿੰਦੇ ਜੇ ਤੁਹਾਨੂੰ ਕੋਈ ਗੁੱਸੇ 'ਚ ਨਾ ਬੋਲੇ, ਤੂੰ ਕਹਿੰਦਾ ਬਈ ਤੂੰ ਥੋੜ੍ਹਾ ਕਾਮ ਹੋ ਜਾ, ਭਾਵ ਥੋੜ੍ਹਾ ਸ਼ਾਂਤ ਹੋ ਜਾ। ਇਸ ਤਰ੍ਹਾਂ ਇਹ ਸਰੀਰ ਜਿਹੜਾ ਹੈ ਇਹ ਸ਼ਾਂਤ ਹੋਇਆ ਪਿਆ ਹੈ। ਵਿਕਾਰਾਂ ਨਾਲ ਇਹਦੇ ਵਿੱਚ ਗਰਮੀ ਹੈ, ਮਨ ਨਾਲ ਇਹਦੇ ਵਿੱਚ ਜੋਸ਼ ਹੈ, ਮਗਰ ਆਤਮਾ ਦੇ ਤੌਰ 'ਤੇ ਸ਼ਾਂਤ ਹੈ। ਜਦੋਂ ਇਹਦੇ ਵਿੱਚ ਆਤਮਾ ਜਾਗ ਉੱਠਦੀ ਹੈ, ਤਾਕਤ ਫੜ ਲੈਂਦੀ ਹੈ, ਉਹਦੇ 'ਚ ਮਤਲਬ ਕਿ ਉਹ ਹਿੰਮਤ ਉੱਠ ਪੈਂਦੀ ਹੈ, ਉਸ ਵਕਤ ਇਸ ਉੱਤੇ ਇੰਨੀ ਗਰਮੀ ਆ ਜਾਂਦੀ ਹੈ ਕਿ ਅੱਗ ਦੇ ਵਿੱਚ ਵੀ ਇਹ ਸੜਦਾ ਨਹੀਂ। ਜਿਸ ਤਰ੍ਹਾਂ ਕਿ ਤੁਸੀਂ ਦੇਖੋ, ਪ੍ਰਹਲਾਦ ਦੀ ਕਥਾ ਸੁਣੋ ਕਿ ਹੋਲਿਕਾ ਆਪਣੀ ਗੋਚ ਲੈ ਕੇ ਬੈਠੀ, ਅੱਗ ਨੇ ਉਹਨੂੰ ਸਾੜਿਆ ਨਹੀਂ। ਤੱਤਿਆਂ ਥੰਮਾਂ ਨੂੰ ਜੱਫੇ ਪਵਾਏ ਗਏ, ਅੱਗ ਨੇ ਸਾੜਿਆ ਨਹੀਂ। ਉਹ ਇਸ ਸਰੀਰ ਨੂੰ ਕਿਹੜੀ ਧਾਰ ਦੇ ਦਿੱਤੀ ਗਈ ਜਿਸ ਕਰਕੇ ਮਾਸ ਦਾ ਪੁਤਲਾ ਸੜਿਆ ਨਾ। ਹੋਲਿਕਾ ਸੜ ਗਈ, ਲੇਕਿਨ ਉਹ ਵੀ ਮਾਸ ਦਾ ਪੁਤਲਾ ਸੀ। ਸੋ ਭਾਵ ਕਹਿਣ ਦਾ ਕਿ ਇਹ ਜਦੋਂ ਆਤਮਾ ਬਲਵਾਨ ਅਤੇ ਜਵਾਨ ਹੋ ਜਾਂਦੀ, ਜਿਸ ਦੋ ਲਫ਼ਜ਼ ਹਨ ਜਿਹੜੇ ਆਮ ਲੋਕ ਨਾ, ਜਿਸ ਤਰ੍ਹਾਂ ਸਾਨੂੰ ਕਹਿੰਦੇ ਕਿਹਾ ਬਈ ਮਹਾਰਾਜ ਜੀ ਤੁਸੀਂ ਅੱਜ ਕੱਲ੍ਹ ਥੋੜ੍ਹੇ ਕੋਈ ਸ਼ਾਂਤ ਜਿਹੇ ਹੋ। ਮੈਂ ਕਿਹਾ ਵੀ ਤੁਸੀਂ ਨੌਜਵਾਨ ਹੋ ਤਾਂ ਅਸੀਂ ਥੋੜ੍ਹੇ ਜਵਾਨ ਹਾਂ, ਇੰਨਾ ਕੁ ਫਰਕ ਹੈਗਾ। ਨੌਜਵਾਨ ਦਾ ਮਤਲਬ ਕਿ ਤੁਸੀਂ ਅਜੇ ਨੇ ਆਪਣੇ 9 ਰੁੱਤਾਂ ਦਾ ਆਨੰਦ ਮਾਣਨਾ। ਅਸੀਂ ਜਵਾਨ ਇਸ ਕਰਕੇ ਕਿ ਅਸੀਂ ਆਪਣੇ ਜੀਵਨ ਦਾ ਰੁੱਤ ਆਨੰਦ ਮਾਣਨਾ ਹੈ। ਜੀਵਨ ਔਰ ਨੌਜਵਾਨ ਜਿਹੜੀ ਚੀਜ਼ ਹੈ, ਜਿਸ ਤਰ੍ਹਾਂ ਕਿ ਅਸੀਂ ਆਪਣੇ ਆਪ ਨੂੰ 9 ਰੂਪਾਂ ਤੋਂ ਲੈਂਦੇ ਹਾਂ, 9 ਦਰਵਾਜ਼ੇ। ਨੌਜਵਾਨ ਦੇ 9 ਦਰਵਾਜ਼ੇ ਆਨੰਦ ਮਾਣਦੇ ਨੇ, ਜਿਸ ਤਰ੍ਹਾਂ ਸਾਡੇ ਅੱਖਾਂ ਦਾ ਹੈ, ਕੰਨਾਂ ਦਾ ਹੈ, ਜੀਭਾ ਦਾ ਹੈ, ਨੱਕ ਦਾ ਹੈ, ਇੰਦਰੀ ਗੁਦਾ ਦਾ ਹੈ। ਜਵਾਨ ਦਾ ਮਤਲਬ ਹੈ ਜਿਨ੍ਹਾਂ ਨੇ ਆਪਣੇ ਇਸ ਜਿਸਮ ਨੂੰ ਉਹਦੇ ਤੋਂ ਬਾਹਰ ਕੱਢ ਦਿੱਤਾ, ਉੱਥੋਂ ਉੱਪਰ ਉੱਠ ਪਏ। ਇਸੇ ਤਰ੍ਹਾਂ ਹੀ ਅਸੀਂ ਜੋ ਉੱਪਰ ਪਹਿਲਾਂ ਅਰਜ਼ ਕਰ ਰਹੇ ਸਾਂ ਕਿ ਇਸ ਸਰੀਰ ਨੂੰ ਤਾਕਤ ਮਿਲ ਗਈ, ਇਹ ਤਿਆਰੇ ਵੀ ਚੱਲ ਗਏ, ਖੱਲਾਂ ਉਤਾਰਤੀਆਂ ਗਈਆਂ। ਜਿਸ ਤਰ੍ਹਾਂ ਕਿ ਸ਼ਮਸ ਤੈਬਰੀ ਨੇ ਆਪਣੇ ਪੈਰ ਦੇ ਅੰਗੂਠੇ ਤੋਂ ਪਕੜ ਕੇ ਆਪਣੇ ਸਾਰੇ ਸਰੀਰ ਦੀ ਖਾਲਾਂ ਉਤਾਰ ਕੇ ਰੱਖ ਦਿੱਤੀ, ਜਿਸ ਤਰ੍ਹਾਂ ਤੁਸੀਂ ਸਰਾਣੇ ਤੋਂ ਗਲਾਫ ਲਾ ਕੇ ਰੱਖ ਦਿੰਦੇ ਹੋ, ਆਪਣੇ ਰਜਾਈ ਦੇ ਉੱਤੋਂ ਗਲਾਫ ਲਾ ਕੇ ਰੱਖ ਦਿੰਦੇ ਹੋ। ਉਹ ਦੂਜਾ ਮਾਸ ਕਿੱਥੋਂ ਆ ਗਿਆ? ਇਸ ਸਰੀਰ ਦੀ ਇੱਕ ਤੈਅ ਨਹੀਂ ਹੈ, 7 ਤੈਵਾਂ ਹਨ, 7 ਪਰਦੇ ਹਨ, ਜਿਹਨੂੰ ਸ਼ਬਦ ਸ਼ਿੰਗਾਰ ਵੀ ਅਸੀਂ ਆਖਦੇ ਹਾਂ। 8ਵਾਂ ਸ਼ਿੰਗਾਰ ਹੈ ਸੂਖਸ਼ਮ ਸਰੂਪ। ਸਰੀਰ ਇੱਥੇ ਹੈ, ਰੂਹ ਕਿਤੇ ਹੋਰ ਹੈ। ਸੋ ਦੂਜੇ ਰੂਪ 'ਚ ਕਹਿੰਦੇ ਕਿ ਜੇ ਜਾਣਨਾ ਚਾਹੁੰਦੇ ਹਾਂ ਤੇ ਗੋਪੀਨਾਥ ਦੀ ਕਥਾ ਅਸੀਂ ਕਈ ਵਾਰੀ ਬਹੁਤ ਛੋਟੇ ਲਫ਼ਜ਼ਾਂ 'ਚ ਬਿਆਨ ਕਰ ਰਹੇ ਹਾਂ। ਅੱਗੇ ਵੀ ਸਤਸੰਗ 'ਚ ਅਰਜ਼ ਕੀਤੀ ਹੈ ਕਿ ਉਹ ਫਕੀਰ ਹੋਣ ਵਾਸਤੇ ਗੋਰਖਨਾਥ ਕੋਲ ਗਏ ਤੇ ਗੋਰਖਨਾਥ ਨੇ ਕਿਹਾ ਕਿ ਭਾਈ ਤੂੰ ਖੈਰ ਮੰਗ ਕੇ ਲਿਆ। ਜਦੋਂ ਖੈਰ ਮੰਗਣ ਵਾਸਤੇ ਆਪਣੀ ਨਗਰੀ 'ਚ ਆਇਆ ਤਾਂ ਉਹਦੇ ਜਿਹੜੇ ਨਗਰੀ ਦੇ ਲੋਕ ਸਨ, ਉਹਨਾਂ ਨੇ ਕਿਹਾ ਕਿ ਸਾਡਾ ਰਾਜਾ ਹੋ ਕੇ ਇਹ ਭੀਖ ਮੰਗਣ ਵਾਸਤੇ ਆਇਆ। ਉਹਨਾਂ ਨੇ ਉਹਨਾਂ ਨੂੰ ਰੁਪਈਆ ਜਿਹਨੇ 1 ਦੇਣਾ ਸੀ ਉਹਨੂੰ 10 ਦਿੱਤੇ, ਜਿਹਨੇ 10 ਦੇਣੇ ਸਾਨੂੰ 100 ਦਿੱਤਾ, ਜਿਹਨੇ ਕੁਛ ਨਹੀਂ ਦੇਣਾ ਉਹਨੂੰ ਵੀ ਕੋਈ ਨਾ ਕੋਈ ਚੀਜ਼ ਦਿੱਤੀ। ਕਿਉਂ ਨਹੀਂ ਪਤਾ ਨਹੀਂ ਕਿ ਰਾਜਾ ਮੁੜ ਕੇ ਆ ਗਿਆ, ਕਿਤੇ ਸਾਨੂੰ ਮੁੜ ਕੇ ਮਤਲਬ ਕਿ ਤਸ਼ੱਦਦ ਨਾ ਕਰੇ। ਜਦੋਂ ਆਪਣੇ ਘਰ ਪਹੁੰਚੇ ਤਾਂ ਜਿਹੜੀਆਂ 3 ਬੇਗਮਾਂ ਸਨ, ਉਹਨਾਂ ਨੇ ਸਾਰੇ ਗਹਿਣੇ ਗੱਟਾ ਜੋ ਕੁਛ ਵੀ ਸੀ ਸ਼ਿੰਗਾਰ ਆਪਣਾ ਲਾ ਕੇ ਝੋਲੀ 'ਚ ਪਾ ਤਾ ਕਿ ਜਦ ਤੁਸੀਂ ਫਕੀਰ ਹੋ ਗਏ ਸਾਨੂੰ ਇਹ ਕੀ ਭਾਂਡੇ ਹਨ। ਉਹਨਾਂ ਸਭ ਕੁਝ ਦੇ ਦਿੱਤਾ। ਜਦ ਆਪਣੀ ਮਾਂ ਦੇ ਪਾਸ ਪਹੁੰਚੇ ਤੇ ਮਾਂ ਨੇ ਕਿਹਾ ਬੇਟਾ ਤੂੰ ਖੈਰ ਲਾਉਣ ਤੇ ਆ ਗਿਆ, ਪਰ ਮਰਜ਼ੀ ਮੇਰੀ ਹੈ ਕਿ ਮੈਂ ਕੀ ਦੇਣਾ ਹੈ। ਉਹਨੇ ਕਿਹਾ ਮੇਰੀ 3 ਗੱਲਾਂ ਯਾਦ ਰੱਖੀ। ਇੱਕ ਤੇ ਜਦੋਂ ਤੂੰ ਫਕੀਰ ਹੋਇਆ ਤੇ ਠੀਕ ਹੈ, ਤੂੰ ਹੋ ਗਿਆ, ਇਹ 'ਚ ਕੋਈ ਫਿਕਰ ਵਾਲੀ ਗੱਲ ਨਹੀਂ, ਮਗਰ ਪਹਿਲੀ ਗੱਲ ਇਹ 'ਚ ਇਹ ਜ਼ਰੂਰੀ ਹੈ ਕਿ ਤੂੰ ਸੋਹਣੇ ਮਖਮਲਾਂ ਦੇ ਬਿਸਤਰਿਆਂ ਤੇ ਆਰਾਮ ਕਰਨਾ ਹੈ, ਕਿਉਂਕਿ ਤੂੰ ਮੇਰਾ ਪੁੱਤ ਹੈ।
सोहना ते साफ ते ताकत वाला खाना खाना है क्योंकि तू मेरा पुत्र है। मजबूत और वड्डे किले में रहना क्योंकि तू मेरा पुत्र है। गोपीनाथ आखन लगे कि माता तू मेरी मां है, मैं तेन सराफ दे देना सी जेकर तू मेरी मां ना होंदी। जे सोहना खाना मखमलों के बिस्तरे और मजबूत किलियां च ही रखना सी, जिहड़ा राज भाग ते मखमलों के बिस्तरे अते शक्ति पदार्थ की खुराक मैं छड्ड के फकीर होया तो मैनू काहनों तू कीता सी। आखणगे पुत्र तू मेरिया शायद गल्लां दा मतलब नहीं समझ पाया। मेरा तेरे कहण तो भाव सिर्फ यह है कि सोहना मखमलों का बिस्तरा जिहड़ा है ਉਹਨੂੰ समझी ਜਦੋਂ ਤੈਨੂੰ ਚਾਰੇ ਪਾਸੋਂ ਨੀਂਦਰ ਆ ਜਾਵੇਗੀ, ਨੀਂਦਰ ਕਿਹੜਾ ਕੱਟੇਗੀ, ਜੋ ਤੂੰ ਔਰ ਤੂੰ ਕੰਢਿਆਂ ਦੇ ਉੱਤੇ ਸੌਂ ਜਾਏਗਾ ਤੈਨੂੰ ਮਖਮਲਾ ਵਰਗਾ ਬਿਸਤਰਾ ਨਜ਼ਰ ਆਵੇਗਾ। ਅਗਰ ਤੈਨੂੰ ਨੀਂਦਰ ਨਹੀਂ ਆਈ ਹੋਵੇਗੀ ਤੇ ਤੂੰ ਮਖਮਲਾਂ ਦੇ ਬਿਸਤਰੇ ਵਿਛਾ ਕੇ ਸੁੱਤਾ ਹੋਏਗਾ तो रात सा तेरी पलसेटे मार मार के करवटा बदल बदल के तेरी गुजर जाएगी, तेन नींद नहीं आएगी। सोहना खान का खाना जो मैं क्या वो तेन मैं क्या कि जो तेन डाढ़ी भुख लगेगी तू सुक्की रोटी 2-4 दिन की जी पई होगी पानी च भिओ के खाएगा तो तेनों ताकत मिलेगी क्योंकि तू जरूरत लिए खाधी। उस तरह इन्ने पदार्थ खाना है इस वास्ते तेन मैं क्या कि औरों खावी जो तेन भुख लगेगी, आम नहीं। बाकी रही मजबूत किले दी तेरे कोल दुखिए भी आना, औरत ने भी आना, सुखे ने भी आना, बच्चे भी आना, बुढ़े ने भी आना, लैन वाले भी आना, देन वाले आना। तू अपनी इस शरीर रूपी मजबूत किले चों किसी वक्त भी किसी नूं अपनी क्रोध की अग विच, लोभ की अग दे विच, मोह की अग दे विच, वासना की काम की अग विच किसी नूं साड़ना नहीं है। ये तेन मैं 3 गल्लां दित्तियां ने, उन्होंने पैरों से मत्था टेकिया और अपने जाके गुरु शरण जाके ले ली, जाके सारे जीवन उन्होंने गुजारता। सिर्फ भाव गल्लां सिर्फ 1-2 ही हैं जे इंसानी जामे विच आके असी उत्ते अमल पना कर लईए। अज के समय विच असी जिन्ने भी लोग हाँ असी सारे के सारे अपनी चीज़ां तलाश कर रहे हैं, लोड़ां तक जिहड़ी चीज़ साडे अंदर नहीं हैगी वो साढ़े सामने कुछ भी हो जाए सानू नहीं पता लगता। जो साढ़े अंदर होंदी है तो सानू भी लोड़ होंदी है, असी देश विदेशों भी चले जाते हैं सारे जाने। इसी तरह ही रब्बी चीज़ नूं पावन दे लई, रब्बी खजाने नूं हासिल करन दे लई परमात्मा ने तुहानूं बड़ा सुंदर सोहना सुनक्खा समा दिता होया। जे तुसी अपने उसनूं विसारता है जां उस तो तुसीं बाहर हो तो दुनिया के जिन्ने भी तुहाडे तलोकात ते सुख आराम हैं उस आखिर ते तुहाडे मगरों स्वाह हो जाने ने। तुसीं तां जो स्वाह नूं इकट्ठी करके लगे होवोगे उस पा के कोई ना कोई अंगियारी उन्होंने फूका मार मार के अग बालोगे, पर तुसीं अपना आप वेखो कि तुहाडे मगरों उस चीज़ नूं कौन पैदा करेगा। जे तुसीं सच्चाई ते चलते हो, तुहाडे अंदर वो सांझ है, तुहाडे अंदर वो सबर है, सिदक है, तो तुसीं अपने आप को उच्चा उठाओ। रब दे कोलों सहारा कदे ना मंगो और को सबर मंगो, सिदक मंगो कि दाता तेरा बंदा या तू जो भी साना करें तेरी खुशी तेरी मौज है, पर सानू सबर सिदक दे कैसे गो ना कुछ कर सकीए। ते तुसी की मंगना उन्होंने सुवाह कर दे ते सानू तां कर दे, नहीं सिर्फ सबर सिदक मंगो जदों भी तुहानू मौका मिले रब को। जे सबर सिदक नहीं तो कुछ भी नहीं दुनिया दे विच। जिहड़ी साडे लोकां दी अपनी ताल चाल है जग्गी तौर ते वो सिर्फ रब के तौर पर कायम है। जब तक वो कायम नजर नहीं होती तो इतने बड़िया बड़िया बादशाहियां खत्म हो गई, तुही कि विचारे हो जिन्हों के नाम थर थर दुनिया कंबदी सी और लौ लक्ष्य से उन्होंने पास, उन्होंने नामो निशान मिट गए, उनकी औलादा ना लभियां, तो तुसी अपनी औलाद का अपनी नामो निशान कित्थे कायम करोगे। हे भाई तुसी इबादत करो और अदब सीखो, चाहे थोड़ा कोई दुश्मन भी हो। परमात्मा
ਤੈਨੂੰ ਆਬਾਦ ਕਰ ਦੇਗਾ ਔਰ ਆਜ਼ਾਦ ਕਰ ਦੇਗਾ ਇਸ ਸਰੀਰ ਤੋਂ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਅਸਮਾਨਾਂ ਦਾ ਪਾਣੀ ਧਰਤੀ ਡਿੱਗਦਾ ਹੈ, ਸਮੁੰਦਰਾਂ, ਨਦੀਆਂ, ਨਾਲੀਆਂ ਤੇ ਦਰਿਆਵਾਂ ਤੇ ਟੋਇਆਂ ਟਿੱਬਿਆਂ ਤੇ ਵੀ ਕਈਆਂ ਥਾਵਾਂ ਤੋਂ ਪਾਣੀ ਗੰਦਾ ਹੋ ਜਾਂਦਾ ਹੈ, ਉੱਚ ਕੇ ਚਿੱਕੜ ਕੋਲ ਜਾਂਦਾ ਹੈ। ਉਹਦੀ ਸਫਾਈ ਕਰਨ ਵਾਸਤੇ ਸੂਰਜ ਦੀਆਂ ਕਿਰਨਾਂ ਪ੍ਰਤੀਬੰਬ ਆਉਂਦਾ, ਭਾਵ ਬਣਾ ਕੇ ਮੁੜ ਬੱਦਲਾਂ ਵਿੱਚ ਲੈ ਜਾਂਦਾ ਹੈ। ਉਹ ਵਿਛੜੀਆਂ ਹੀ ਕਿਰਨਾਂ ਮੁੜ ਕੇ ਜਾਂ ਉਹਨਾਂ ਨੂੰ ਸੁਰਤ ਆਉਂਦੀ ਹੈ ਕਿ ਅਸੀਂ ਕਿੱਥੋਂ ਵਿਛੜੇ ਸਾਂ। ਇਸੇ ਤਰ੍ਹਾਂ ਹੀ ਅਸੀਂ ਸਾਰੇ ਲੋਕ ਜਿਸ ਸਾਂਝ ਤੋਂ, ਜਿਸ ਸੇਵਾ ਤੋਂ, ਜਿਸ ਸਿਮਰਨ ਤੋਂ, ਜਿਸ ਸਬਰ ਤੋਂ ਅਸੀਂ ਵਿਛੜੇ ਹਾਂ, ਅਸਾਂ ਆਖਰ ਇੱਕ ਦਿਨ ਉੱਤੇ ਮਿਲਣਾ, ਉਹਨਾਂ ਜਾ ਕੇ ਜੁੜਨਾ ਹੈ। ਪਰ ਉਸ ਨੂੰ ਜੋੜਨ ਵਾਸਤੇ ਸਾਹਿਬ ਨੇ ਨਾਮੀ ਸੰਤ ਦੇ ਬਿਆਨਾਤ ਕੀਤੇ ਹੈ, ਸਾਨੂੰ ਇਬਰਤ ਦਿੱਤੀ ਹੈ ਕਿ ਤੁਸੀਂ ਆਪਣੇ ਸੰਤ ਸਰਨ ਜਾਓ, ਹੱਕ ਦਿੱਤੇ ਹਨ, ਮਾਨ ਮਰਜ਼ਾਦਾ ਪੂਜਾ ਦਿੱਤੀ ਹੈ। ਜਿਸ ਤਰ੍ਹਾਂ ਕੱਲ ਪਰਸੋਂ ਵੀ ਅਸੀਂ ਆਪਣੀ ਗੱਡੀ ਚ ਆਉਂਦੇ, ਕੱਲ ਵੀ ਗੱਲ ਕਰ ਰਹੇ ਸੀ, ਪਿਆਰ ਇੱਕ ਐਸਾ ਲਫ਼ਜ਼ ਹੈ ਜੋ ਸਾਰਿਆਂ ਵਿੱਚ ਹੈ, ਪ੍ਰੇਮ ਸਭ ਵਿੱਚ ਹੈ, ਪ੍ਰੇਮੀ ਕੋਈ ਨਹੀਂ। ਤੇ ਅਸੀਂ ਇਹ ਕਹਿ ਰਹੇ ਸੀ ਕਿ ਪਿਆਰ ਜਦ ਜਦ ਪੁਰਾਣਾ ਹੁੰਦਾ ਹੈ ਉਹ ਪਾਪ ਨਹੀਂ ਬਣਦਾ, ਬਾਕੀ ਪੁੰਨ ਬਣ ਜਾਂਦਾ ਹੈ। ਸਾਨੂੰ ਸਵਾਲ ਕਰੇ ਕਿ ਇਹ ਕਿੱਸਾ ਹੈ ਕਿ ਤੇਰੀ ਇਹ ਮਿਸਾਲ ਹੈ ਕਿ ਮੀਆਂ ਬੀਬੀ ਦੀ ਸ਼ਾਦੀ ਹੋਈ, ਸ਼ੁਰੂਆਤ ਵਿੱਚ ਉਹਨਾਂ 'ਚ 100 ਝਗੜੇ ਹੁੰਦੇ ਨੇ, ਹੁੰਦੇ 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 ਇਹ ਤੱਕ ਕਿਵੇਂ ਨੌਬਤ ਆ ਜਾਂਦੀ ਕਿ ਉਹਨਾਂ ਆਪੋ 'ਚ ਲਿੰਕ ਟੁੱਟ ਜਾਂਦਾ ਹੈ, ਰਿਲੇਸ਼ਨਸ ਖਤਮ ਹੋਣ ਤੇ ਆ ਜਾਂਦੇ ਨੇ, ਡਾਈਵੋਰਸ ਤੱਕ ਉਹਨਾਂ ਦਾ ਸਰਕਲ ਆ ਜਾਂਦਾ ਹੈ। ਮਗਰ ਕੁਝ ਸਮਾਂ ਪੈ ਕੇ ਐਸੇ ਹਾਲਾਤ ਆ ਜਾਂਦੇ ਨੇ ਕਿ ਉਹ ਮੀਆਂ ਬੀਬੀ ਦਾ ਆਪੋ ਦੇ ਵਿੱਚ ਇੰਨਾ ਕੁ ਪਿਆਰ ਹੋ ਜਾਂਦਾ ਹੈ ਕਿ ਉਹ ਪੁਨਰ ਰੂਪ ਧਾਰਨ ਕਰ ਲੈਂਦਾ ਹੈ। ਪਿਆਰ ਕਦੇ ਪਾਪ ਨਹੀਂ ਬਣਿਆ, ਇਹਨੂੰ ਪਾਪ ਬਣਾ ਦਿੱਤਾ ਜਾਂਦਾ ਹੈ। ਪਿਆਰ ਹਮੇਸ਼ਾ ਪੁੰਨ ਦਾ ਦੂਸਰਾ ਰੂਪ ਹੈ ਤੇ ਇਹਦਾ ਦੂਸਰਾ ਸਰੂਪ ਹੀ ਪਰਮਾਤਮਾ ਹੈ। ਜਦੋਂ ਤੁਸੀਂ ਇਸ ਨੂੰ ਪਾਪ ਬਣਾ ਲਿਆ ਜਾਂ ਮੰਨ ਲਿਆ ਜਾਂ ਸਮਝ ਲਿਆ, ਸਮਝੋ ਕਿ ਉਹ ਪਾਪ ਹੀ ਹੈ। ਤੇ ਸਗੋਂ ਇਸੇ ਤਰ੍ਹਾਂ ਹੀ ਸਾਡਾ ਵੀ ਇਹ ਜਿਹੜਾ ਪਾਵਨ ਪਵਿੱਤਰ ਪਰਮਾਤਮਾ ਦਾ ਪ੍ਰੇਮ ਹੈ, ਇਹ ਪੁਰਾਣਾ ਤੇ ਬਹੁਤ ਹੈ, ਤੇ ਇਸੇ ਵਾਸਤੇ ਅਸੀਂ ਪੁੰਨ ਦੀ ਤਲਾਸ਼ ਕਰਦੇ ਹਾਂ ਔਰ ਕਰ ਵੀ ਰਹੇ ਹਾਂ। ਔਰ ਅਸੀਂ ਵੀ ਕਿਵੇਂ ਸਤਸੰਗ 'ਚ ਆਖਦੇ ਹਾਂ ਕਿ ਕਦੇ ਸਮਾਂ ਆਵੇਗਾ ਤੁਸੀਂ ਇੱਕ ਦਿਨ ਜ਼ਰੂਰ ਉਹਨੂੰ ਮਿਲੋਗੇ। ਇਹ ਪਿਆਰ ਪੁਰਾਣਾ ਹੋਣ ਦੇ ਨਾਤੇ ਪੁੰਨ ਬਣਿਆ ਹੈ, ਜਿਸ ਦੀ ਪੁੰਨ ਦੇ ਰੂਪ ਜਿਹੜਾ ਆਸਾ ਨੇ ਦਿੱਤਾ ਹੈ, ਪਠਾਇਆ ਹੈ, ਉਹ ਸੱਚਖੰਡ ਨਾਨਕ ਧਾਮ ਹੈ। ਔਰ ਇਹਦੀ ਜਿਹੜੀ ਤਲੁਕਾਤ ਹਨ, ਸੰਬੰਧ ਹਨ, ਰਿਲੇਸ਼ਨ ਹਨ, ਜਾਂ ਜਿੰਨਾ ਵੀ ਇਹਦਾ ਮਤਲਬ ਕਿ ਰਿਸ਼ਤਾ ਨਾਤਾ ਹੈ, ਉਹ ਤੁਹਾਡੀ ਰੂਹ ਦੇ ਨਾਲ ਹੈ, ਤੁਹਾਡੇ ਹਨੇਰੇ ਨਾਲ ਹੈ, ਤੁਹਾਡੀ ਰੋਸ਼ਨੀ ਨਾਲ ਹੈ, ਤੁਹਾਡੀ ਜਗ ਦੀ ਕਿਸੇ ਚੀਜ਼ ਦੇ ਨਾਲ ਨਹੀਂ। ਇਹ ਤੁਹਾਡੇ ਆਪਣੇ ਨੇ। ਸੋ ਇਸ ਵਾਸਤੇ ਸੰਤ ਹੀ ਸਾਨੂੰ ਉਹ ਸਾਂਝ, ਉਹ ਸੇਵਾ, ਉਹ ਸਿਮਰਨ, ਉਹ ਸਿਦਕ ਅਤੇ ਸਾਧ ਸੰਗਤ ਜਾਂ ਸਰਬੱਤ ਦਾ ਭਲਾ ਦੇ ਸਕਦੇ ਨੇ। ਹੋਰ ਅਸੀਂ ਜਿੰਨੀਆਂ ਵੀ ਜੁਗਤੀਆਂ, ਸਾਧਨਾਵਾਂ, ਤਪੱਸਿਆ, ਹਠ ਯੋਗ ਅਤੇ ਪਰਮਾਤਮਾ ਦੀਆਂ ਜੁਗਤੀਆਂ ਵਿਧੀਆਂ ਕਰਦੇ ਤੇ ਅਪਣਾਉਂਦੇ ਹਾਂ, ਉਹ ਸਾਡੀਆਂ ਬੇਰਸੀਆਂ, ਬੇਫਿਕੀਆਂ ਹਨ, ਜਿਨ੍ਹਾਂ ਦੇ ਨਾਲ ਸਾਡੇ ਅੰਦਰ ਪ੍ਰੇਮ ਤੇ ਨਹੀਂ ਪੈਦਾ ਹੁੰਦਾ, ਪੁੰਨ ਨਹੀਂ ਪੈਦਾ ਹੁੰਦਾ, ਪਵਿੱਤਰਤਾ ਨਹੀਂ ਪੈਦਾ ਹੁੰਦੀ, ਪਾਵਨ ਰੂਪ ਨਹੀਂ ਹੁੰਦਾ, ਮਗਰ ਸਾਡੇ ਉੱਤੇ ਇੱਕ ਹੰਕਾਰੀ ਰੂਪ ਆ ਜਾਂਦਾ ਹੈ। ਜਿਸ ਤਰ੍ਹਾਂ ਸਾਹਿਬ ਨੇ ਬਿਆਨ ਕੀਤਾ ਕਿ ਪਾਪ ਹੈ, ਪਾ ਹੀ ਪ੍ਰੇਮ ਹੈ, ਪਾ ਹੀ ਪੂਜਾ ਹੈ, ਪਾ ਹੀ ਪੁੰਨ ਹੈ, ਤੇ ਪਾ ਪੈਰੀ ਹੈ। ਪੈਰਾਂ ਦੇ ਉੱਤੋਂ ਚੀਜ਼ ਸ਼ੁਰੂ ਹੁੰਦੀ ਹੈ, ਪਰ ਇਹੋ ਚੀਜ਼ ਅਗਰ 4 ਰੂਪਾਂ ਵਿੱਚ ਤੱਤ ਕੱਢ ਜਾਵੇ ਤਾਂ ਉਹਨੂੰ ਇੱਕ ਪਰਿਵਾਰ ਰੂਪ ਦਿੱਤਾ ਗਿਆ ਹੈ। ਪਰਿਵਾਰ ਇਸਾਂ ਦਾ ਹੈ ਜਿਸ ਤਰ੍ਹਾਂ ਪਿਤਾ ਹੈ ਅਤੇ ਪੁੱਤਰ ਹੈ।
सो हर चीज़ ਨੂੰ ਜੇ ਅਸੀਂ ਤਕਸੀਮ ਕਰਦੇ ਹਾਂ ਹਾਲੇ ਜਿਹੜੀ ਸਰਗਮ ਹੈ ਉਹ 'ਚ ਇੱਕ ਵਾਰੀ ਪਾ ਹੁੰਦਾ ਹੈ ਉਹਨੂੰ ਬੋਲਣ ਵਿੱਚ ਵੀ ਅਸੀਂ ਇੱਕ ਵਾਰੀ ਤਕਸੀਮ ਕਰਦੇ ਹਾਂ ਬਾਰ-ਬਾਰ ਨਹੀਂ ਲਿਆ ਸਕਦੇ ਕੋ ਪੰਚ ਸੁਰਮ ਹੈ ਜਿਵੇਂ ਕਿ पंच करो सो तेरा मान पंचम सांझ जगाई ते इन्हां चरनामत क्या है चचल पैरी चरनामत है चचे चित है चिंता है चेतना है मां तो मर्यादा है महापुरख है मुर्शद है मरीद है मुजरम अते मरीज है अते इनू असी मां आख सकते हैं रब ने हर लफज नू इसा तक तत्करा किया जां इनू ऐसा तकसरा किया है कि असी अगर समझन लगिए तो एक एक लफज नाल इन्नी वड्डी उहदी ग्रैविटी है उहदा मतलब कि डूंघेपन है इन्नी कुछ उचाई है जिन्हों कि असी लोग कदे भी चाहिए भी ना तो तुहानूं असी नहीं समझा एक्सप्लेन नहीं कर सकते नहीं समझा सकते और वेरवा नहीं दस सकते वेद कतेब आए सो मनमती ते मनमुखी रूप जिहड़ा है इन्हें तुसीं तोड़न की कोशिश करो और संत शरण और सबर सिदक जिहड़ा है उसनूं तुसीं हासिल करो जिहदे नाल तुहाडी सारी शरीरक सुख जिहड़े ने और जिहड़ी शरीरक जितने भी तुहाडे सेवावां हन वो परमात्मा दे सांझ दे नाल सुखां दा रूप धारण कर सकन जिस तरह ही लफज है समझदा जिस तरह ही कल गल करके महाराज ने सुख मनी सुख अमृत प्रभ नाम भगत जनों के मन बिश्राम हुण आम विविधा कतेबां ज्ञानियां भाइयां पाठियां ने पुछो कि सुख मन का असली अर्थ की है तो वो कहणगे सुखां दा भंडार सुख मीनू दा तोता मणि मीनू दा कंठ जिहड़ा तोता अपने बगैर किसी वेद कतेब तो बगैर किसी भाषा जानन तो बगैर अपने कंठ विचों राम नाम का यश करता है इस तरह ही ये शरीर रूपी मन रूपी तोते नूं कंठ रूपी सिमरन दे के उहदे नाल अटैच कर दे उहनूं कहंदे सुख मणि सुख संस्कृत लफज है मणि भी जिहड़ा संस्कृत लफज है मणि एक वो भी है जिहड़ी सप दे कंठ शहराग विच हुंदी है जिन्हों असी जोत आखदे हां जिहड़ा कि अपनी इच्छा के अनुसार जो रूप मर्जी रूप धारण कर सकता है इसने साहब ने कहा सुखमणि शब्द दे पाठ करने दे नाल तुसीं जो चाहो हासिल कर सकते हो मणि दे नाल सप अपनी कायाकल्प कर सकता है मणि तो बगैर कायाकल्प नहीं करता सो हर चीज़ नूं जानन लई समझण लई ज्ञान की बहुत वड्डी लोड़ है मगर जिहड़ा ज्ञान है वो तुहाडा खजाना नहीं कर्म तुहाडा खजाना नहीं धन तुहाडा खजाना नहीं ये सतगुरां संतां दा है सज दा बयान है ना ज्ञान ध्यान कुछ कर्म ना जाना सार ना जाना तेरी सब तो वड्डा सतगुरु नानक जिन कड़ राखी मेरी तुसीं किसी पूर्ण पुरख की शरण ले लो ओहदा जिहड़ा ज्ञान है वही तुहाडे सब तो वड्डी पूंजी है जे तुसीं ओहदे किसी दे अनुसार ओनू अपने अंदर ढाली जा रहे तो तुहानूं दुख मुसीबतां नहीं देवेगा बढ़ के तुहानूं रब्बी शब्द दा यश देवेगा वण तृण प्रभ संग मोलिया समरथ पुरख अपार हर मिलने नो मन लोचदा कर्म मिलावण हार साहब अपने फिर मजबून विच रब्बी भाषा वन तरण आखदे ने वन मीन ते ही कह सकते कि जंगल बियाबान ते तरण जिथे कि रब्बी थां टकाने जिन धर्म स्थान असी आखने तीरन तीरथ धर्म ग्रंथ ये दोवें संस्कृत लफज हैं वन तरण जिहदे विच कह सकते हैं कि जंगलों बेलियां विचों ते धर्म स्थानां धर्म तीर्थां तो धर्म ग्रंथां विचों किने भालिया पर वो मिलिया नहीं मिलिया कित्थे है जिथे तुहाडा ये शरीर है भाव तुहाडा सतगुरु है तुहाडा मुरशद है इनू वन तरण असी आखते हैं जिहड़ा महाराज ने बुल्ले शाह ने कि जंगल बेलियां च रब नहीं मिलता महाराज दूजे रूप सीधे लग जाते हैं कि मन मंदिर तन बेस कलंदर तरण मीन
सच्चा तन, परमात्मा का रहने वाला, जिथे तरन्नम दूजा लफ्ज नूं कहंदे आ, एक लहर है, एक तरंग है। इन कई लफ्ज़ों की मीनिंग दे रहे हैं। वैसे सौखे लफ्ज़ यही है कि जंगल अते धर्म किताबां, मगर दूजे रूप विच वन मीन शक्ति, ताकत, और तरंग मीन शरीर। इस शरीर दे विच वो ताकत है, वो जुक्ति है, वो साधना है, वो माहौल है, वो चीज़ है जिहदे नाल असी अपने उसनूं भाल सकते हैं। बाकी भाल उहदी होई नहीं किसी कोलों, और उस भाल दे लई असी भुल्लां करते हैं, ते भुल्लां दे नाल सानू भरम ते भुलेखे पै जाते हैं। वो भुल्लां भुलेखियां दे विच भरमां दे विचों असी भला भुल जाते हैं, जिहदे करके साडा जिहड़ा ये भांडा है ये मैला हो जाता। तन रूपी सी रूपी तन, तन दूजे रूप च आ गया वन तन। जिहड़ी चीज़ नूं वजाया जा सके और वंजावन वाला होवे, एक सुर जी जिस दो चीज़ खड़काओ एक आवाज़ आती है। उन्हें कहा कि ये तन दे विच वो वन रूपी शक्ति जिहड़ी है वो है, पर वो किहदी छां थल्ले है? मन दे छां थल्ले। और वो छां जिहड़ी है वो संघनी है। ते उस तरह की अगर संघनी छां या सांझ असी अपनी आत्मा दे दईए तो संत शरण दी है। संघनी छां है ते संघनी ही सांझ है, जिहड़ी जन्म जन्म तक नहीं टुट सकती। ते वन का दूसरा अर्थ लिया जाता है मरना, ते तरह में जीना। जन्म मरण जिन्हों ही कह सकते हैं। जन्म मरण दोवां दा अर्थ है। इन्हां दोवां अर्थां दे विचों से सानूं जीवन नूं उच्चा ले जाना है। महा परमात्मा की जो महानता है उस शब्दावली है, शुद्धिकरण है। वो हर चीज शुद्ध कर देता है। और इस शब्दावली जिहड़ी है वो इन्नी सांझ शक्ति होंदी है कि इंसान कुछ भी कह जाए, राम है, रात आ मां है, की लफज है, ਉਹਦੇ ਵਿੱਚ सारी कायनात, सारा खंड ब्रह्मांड, हर पकंबर देवता नजर आ जाता है। छोटा लफज मारने का सतनाम, चौं लफ्ज़ों का संगम, ते चौं लफ्ज़ों के विचों ही असीं सारियां ने सारी कायनात नूं उन्होंने हिला के रख दिता, हलूणा दे दिता। सो इस वास्ते लफ्ज़ों के नाल ते तुहानूं असीं संबंध नहीं दे सकते। छोटे सोच ते सबर वाले जिहड़े साडे सिलसिले हैं उन्होंने असीं तुहानूं आखदे हां कि तुसीं वो कायम करो, जिहदे नाल तुहानूं साडे कोल आउण दी जरूरत ना पवे, साडे कोल बैठण लोड़ ना पवे, तुसीं अपने अंदरों चीज़ पैदा कर सको। सो इस वास्ते साहब का मजमून जिहड़ा है सौन महीने का है। जिनी सखिए प्रभ पाया, हाँ तिनके सद बलिहारे। नानक हर जी मया कर, शब्द सवारण हारे। सावण तिना सुहागणी, जिन राम नाम उरहारे। साहब फिर सानू राम नाम की महिमा बयान कर देन अज के दिहाड़े उत्ते। साहब ये भी बयान करते हैं कि देखो तन हन वो लोग, या तन वो आत्मा है जिन परमात्मा का नाम प्राप्त किया, उन्हें तो बलहार ते कुर्बान जाते हैं। अपना आप कुर्बान कर दो। हूँ कुर्बान जियो लैवन जो तेरा नाम। उन्हें तो कुर्बान जाना चाहिए है, बलहार जाना चाहिए है
जिन्हां ने तेरा नाम जस किया और सेधना दिती, वेदना दिती और वादा दिता और फिर सांझ दिती, सौं दिते। सो इस वास्ते बेनती तुसीं रब अगे नहीं कर सकते, अरदास कर सकते हो। जिस तरह कि तुसीं वेखो अरदास की जाती है, अरदास का अर्थ होर है। जिहड़ी बेनती है उसका अर्थ होर है। इसे तरह ही तुसीं लोग अपने जीवन दे विच अपनी अरदास नूं अरदास एक संस्कृत लफज है जिसका असली अर्थ है परमात्मा का यश। जिसका कि अर्ध नहीं किया जाता, एक अद्धा हिस्सा अरदास, एक बने होंदा अर्ध व्यास। ਇਹਦੇ ਵਿੱਚ भी कुछ लफ्ज़ों की भाषा होंदी है, सर्कल ते आंदे हैं। ये जोग्राफिया जां ग्रामर तौर पर साढ़े जिहड़ा अलजावरा होंदा सी ਉਹਦੇ ਵਿੱਚ सवाल दिते जांदे सन, जिहड़ा मूलतन है, दर है, समा है। इस तरह के हिसाब के नाल सानू साहब बयान कर रहे हैं कि असी जे अरदास जां राम नाम ते जिहड़ी साडी अर है ਉਹਦੇ ਨਾਲ असां ने अपना आवाज़ लैनी है जिहदे नाल साडी आत्मा जाग उठे। बेनती दे विच महाराज लिखिया, ठाकर तुम शरण आई आयो, उतर गया मेरे मन का संजब ते दर्शन पायो। बेनती च महाराज ने भी कहा कि जो मांगू ठाकर अपने सोए सोए दियो। अरदास च महाराज ने कहा प्रथम भगवत सिम गुरु नानक ली ते आए। महाराज ने अपने 10 पाठ 9 पाठ ने जस किया। अरदास की मतलब भी है और जस करना, ना कि तुसीं जिहड़ी कहो कि अरदास करके साडियां लोड़ां पूरीआं होणगीआं, हरगिज़ नहीं। असीं उन्हां दा महाराज दा ध्यान पाठ किया, बाद च अरदास कर दी। अरदास करन तो बाद असीं कहा कि परमात्मा तेरा जस तेरे निमित्त ला दिता, तेरा काम सी तेरे हवाले, तेरा तुझको सौंपते क्या लागत है मेरा। ते अरदास दा संस्कृत दे विच मतलब हुंदा है सिफारिश, किसी चीज़ की सिफारिश करना, भाव किसी चीज़ के नाल अप्रोच करना। इंग्लिश के लफज दे विच सहायता करनी, एक यह भी अर्थ है। तो वो साहब करेंगे कि वो अरदास उन्होंने सहायता मंगी, दसम पातशाह ने इन्हां दे थ्रू कि मेरे रब नूं ना कहा अकाल पुरख नूं चंडी दी वार विच कि दाता इन्हां साहिबाना ने तेरे घर तेरा जस कीर्तन किया है, तेरा जस गाया है, तेरा महिमा का बयान किया है। इन्हां दे जिस तरह आसरा दिता है, इस सानू भी आसरा दिओ और मेरे आ काम सवारो। बाद जिहड़े असीं लोकां ने अरदास बना लिया, ਉਹਦੇ ਵਿੱਚ ਅਸੀਂ ਆਪਣੇ ਲਫ਼ਜ਼ ਲਾ ਕੇ बैठ गए, ਆਪਣੇ ਖਿਆਲਾਤ ਲਾ ਕੇ बैठ गए, ਅਰਦਾਸਾਂ ਕੀਤੀਆਂ, ਕਿਤੇ ਮੁਆਰੀਆਂ ਕੀਤੀਆਂ, ਕਿਤੇ ਚੰਗੀਆਂ ਵੀ ਕੀਤੀਆਂ। ਜੇ ਕੋਈ ਲੋੜ ਪੈ ਗਈ ਤਾਂ ਵੀ ਚੰਗੀ ਕਰਤੀ, ਜੇਕਰ ਨਾ ਲੋੜ ਪਏ ਤਾਂ ਵੀ ਕਰਨ ਚੰਗੀ ਕਰਤੀ। ਉੱਥੋਂ ਅਸੀਂ ਆਪਣੇ ਪਾਠ ਪੂਜਾ ਕੀਤੇ। ਤੇ ਜਿਸ ਤਰ੍ਹਾਂ ਕਿ ਸ਼ਾਇਰ ਨੇ ਕਿਹਾ ਕਿ ਲੋਕੀ 5 ਵੇਲੇ ਤੇ ਸਾਨੂੰ ਹਰ ਵੇਲੇ, ਕਿ ਲੋਕੀ 5 ਵੇਲੇ ਕੰਮ ਕਰਦੇ, ਮੁਸਲਮਾਨ 5 ਨਮਾਜ਼ਾਂ ਪੜ੍ਹਦੇ, 5 ਬਾਣੀਆਂ ਪੜ੍ਹਦੇ, ਅਸੀਂ ਹਰ ਵੇਲੇ ਤੇਰਾ ਨਾਂ ਜਪਦੇ ਹਾਂ। साड़ा वेला ही कोई नहीं। जैसे पिछले सत्संग सौथल च कैसे सफल मूर्त सफला खड़ी, जित सच्चे नाल प्यार, दुख संताप ना लागे जिस हर का नाम आधार, बाहां पकड़ गुरु काढ़ियो सोई उतरियो पार। गुरु शरण एक ऐसी शरण है जिस तरह के सूर्य की गर्मी है, जिस सूर्य दी किरणां साडे शरीर च कई रोग मिटा देंदे ने। इस गुरु दर्शन गुरु शरण जिहड़ी है ਉਹਦੇ ਵਿੱਚ ਵੀ ਸਾਡੇ ਕਈ ਮੁਸੀਬਤਾਂ ਮੁਸ਼ਕਲਾਂ ਕੱਟੀਆਂ ਜਾਂਦੀਆਂ ਨੇ। ਜੇ ਅਸੀਂ ਉਹ ਤੋਂ ਵੀ ਤੋਂ ਦੂਰ ਉੱਠ ਪਏ ਹਾਂ ਤੇ ਅਸੀਂ ਜਿਨ ਡਟ ਰਾਮ ਨਾਮ ਨਾਲ ਜਿੰਨਾ ਮਰਜ਼ੀ ਤਲਕਤ ਕਰੀ ਜਾਈਏ, ਸਾਡਾ ਸਰੀਰ ਕਮਜ਼ੋਰ ਪੈ ਜਾਂਦਾ ਹੈ। ਵਾਕਈ ਇਹ ਕੰਮ ਠੀਕ ਹੈ। ਅਸੀਂ ਜਿਹੜਾ ਕੱਲ ਸੰਡੇ ਅੱਜ ਹੁਣ ਵੀ ਕਾ ਬੈਠੇ ਤੇ ਰਾਤੀ ਗੱਲਬਾਤ ਹੋ ਰਹੀ, 2-4 ਦਿਨ ਤੋਂ ਕਾਫੀ ਅਸੀਂ
ਇਹ ਸਾਨੂੰ ਸਾਰੇ ਮਾਰੇ ਤੁਹਾਡਾ ਰੰਗ ਕਾਲਾ ਹੈ, ਰੰਗ ਤੁਹਾਡਾ ਕਾਲਾ ਹੈ। ਤਾਂ ਅਸੀਂ ਕਿਹਾ ਅੱਛਾ। ਤਾਂ ਅਸੀਂ ਵੈਸੇ ਰਾਤੀ ਮਜ਼ਾਕ ਕਰ ਗਏ ਕਿ ਅਸੀਂ ਅੱਜ ਨਾ ਮਾਂ ਆਪਣੇ ਮਹਾਰਾਜ ਨੂੰ ਮਿਲਣਾ, ਤੇ 8 ਦਿਨ ਹੋ ਗਏ ਛੁੱਟੀ ਲਈ ਸੀ, ਹੋਲੀਡੇ ਕੀਤਾ ਸੀ, ਇਸ ਕਰਕੇ ਅੱਜ ਮਿਲਾਂਗੇ। ਪਰ ਬਹੁਤਾ ਨਹੀਂ, ਆਪਣੇ ਥੋੜ੍ਹਾ ਬਹੁਤਾ ਫਰਕ ਤੁਹਾਨੂੰ ਜ਼ਰੂਰ ਆਵੇਗਾ ਸਵੇਰੇ। ਤੇ ਉਹਦੇ ਵਿੱਚ ਤੁਹਾਨੂੰ ਅਸੀਂ ਆਪਣਾ ਜਦੋਂ ਅਸੀਂ ਅੱਜ ਫਿਰ ਆਖਿਆ ਮੈਂ ਹੁਣ ਤੁਹਾਨੂੰ ਫਰਕ ਨਜ਼ਰ ਆਉਂਦਾ। ਸੋ ਇਸੇ ਤਰ੍ਹਾਂ ਪਾ ਜਦੋਂ ਅਸੀਂ ਉਹ ਤੋਂ ਟੁੱਟ ਜਾਂਦੇ ਹਾਂ ਜਾਂ ਕਿ ਖਿਆਲੀ ਤੌਰ ਤੇ, ਤੋ ਉਹ ਅੰਗਸ ਹਿੰਮਤ ਰਹਿੰਦੀ ਹੈ ਮਗਰ ਉਹ ਚੀਜ਼ ਨਹੀਂ ਰਹਿੰਦੀ, ਕਿਉਂਕਿ ਉਹਦੀ ਲੋਹ ਇਹਦੇ ਵਿੱਚ ਜਗਦੀ ਹੈ। ਇਸ ਤਰ੍ਹਾਂ ਹੀ ਉਹਦੇ ਨਾਮ ਤੋਂ ਬਗੈਰ, ਉਹਦੀ ਸ਼ਰਨ ਤੋਂ ਬਗੈਰ ਤੁਸੀਂ ਸਭ ਕੁਝ ਕਰ ਤੇ ਸਕਦੇ ਹੋ, ਪਰ ਕਦੇ ਆਪਣੇ ਅੰਦਰ ਇਕੱਲੇ ਬਹਿ ਕੇ ਝਾਤੀ ਮਾਰੋ, ਕਿਆ ਤੁਹਾਨੂੰ ਖੁਸ਼ੀ ਹੁੰਦੀ ਹੈ ਜੋ ਪਹਿਲਾਂ ਕਦੇ ਗੁਰੂ ਸ਼ਰਨ ਵਿੱਚ ਹੁੰਦੀ ਸੀ? ਉਹ ਕਿਉਂ ਨਹੀਂ ਹੁੰਦੀ? ਕਿਉਂਕਿ ਤੁਸੀਂ ਆਪਣੇ ਖਿਆਲਾਂ ਰਾਹੀਂ ਉਹ ਚੀਜ਼ ਨਾਲ ਟੁੱਟ ਚੁੱਕੇ ਹੋ, ਉਹਦੇ ਖਿਆਲ ਨਾਲ ਨਹੀਂ। ਜਦ ਉਹ ਧੱਕਾ ਮਾਰੇ ਤਾਂ ਆਪੇ ਸਵਾਰੇਗਾ। ਗੁਰੂ ਧੱਕ ਵੀ ਦਵੇ ਤੇ ਕਹਿੰਦੇ ਉਹ ਪਾਰ ਲਾ ਦਿੰਦਾ। ਤੇ ਜੇ ਅਸੀਂ ਆਪਣੇ ਖਿਆਲ ਧੱਕੇ ਜਾਈਏ ਆਪਣੀਆਂ ਲੋੜਾਂ ਗਰਜਾਂ 'ਚ, ਤੇ ਫਿਰ ਤੇ ਅਸੀਂ ਉਹ ਜਾਨਵਰਾਂ ਵਾਂਗੂ ਜੀਣਾ ਹੀ ਹੈ। ਇਸ ਤਰ੍ਹਾਂ ਰੱਬ ਨੇ ਸਾਡਾ ਉਹੀ ਗੁਰੂ ਰੂਪ ਹੈ ਸਾਰਿਆਂ ਦਾ, ਉਹਨੇ ਸਾਨੂੰ ਧੱਕਿਆ ਕਿਹਦੇ ਰਾਹੀਂ? ਸਾਡੇ ਖਿਆਲਾਂ ਰਾਹੀਂ। ਅਸੀਂ ਆਪ ਧੱਕਾ ਖਾਂਦੇ ਉਹਦੇ ਕੋਲੋਂ, ਨਾ ਕਿ ਉਹ ਸਾਨੂੰ ਧੱਕਦਾ ਹੈ। ਅਸੀਂ ਕੀ ਕਹਿੰਦੇ ਹਾਂ ਕਿ ਤੂੰ ਸਾਨੂੰ ਧੱਕਿਆ ਸੀ, ਅਸੀਂ ਤੇਰਾ ਧਿਆਨ ਕਰਦੇ ਰਹੇ ਹਾਂ, ਤੂੰ ਨੇ ਸਾਨੂੰ ਚਾਹਿਆ ਨਹੀਂ। ਜੇ ਤੁਸੀਂ ਉਹਨੂੰ ਚਾਹਿਆ ਹੁੰਦਾ ਤੇ ਤੁਹਾਨੂੰ ਇਹ ਚੀਜ਼ ਕਦੀ ਜ਼ਰੂਰਤ ਹੀ ਨਾ ਪੈਂਦੀ ਆਖਣ ਦੀ, ਕਹਿਣ ਦੀ। ਸੋ ਇਸ ਵਾਸਤੇ ਰਾਮ ਨਾਮ ਤੋਂ ਟੁੱਟ ਜਾਵਣ ਤੋਂ ਬਾਅਦ ਸਾਡੇ ਰੋਮ ਰੋਮ ਦੀ ਲੋਅ ਖਤਮ ਹੋ ਜਾਂਦੀ ਹੈ, ਸਾਡਾ ਮਨ ਵੱਧ ਜਾਂਦਾ ਹੈ। ਰਾਤ ਫਿਰ ਰੂਹ ਹੈ, ਰੋਸ਼ਨੀ ਹੈ, ਮਾਂ ਤੋਂ ਫਿਰ ਮਨ ਨੂੰ ਰਾਮ ਨਾਮ ਦੇ ਜਪਣ ਨਾਲ ਮਨ ਨੂੰ ਰੂਹ ਰੋਸ਼ਨੀ ਮਿਲਦੀ ਹੈ, ਜਿਹਦੇ ਰਾਹੀਂ ਉਹਨੂੰ ਅਸੀਂ ਆਪਣੇ ਅਲੱਖ ਨੂੰ ਜਾ ਕੇ ਮਿਲ ਜਾਂਦੇ ਹਾਂ। ਆਤਮ ਅਲੱਖ, ਅਲੱਖ ਮੀਨ ਜੋਤ, ਬਿਨ ਤੇਲ ਬਿਨ ਬੱਤੀਆਂ ਤੋਂ ਜਗਣ ਵਾਲੀ, ਜਿਹੜੀ ਸਾਡੇ ਇਸ ਸਰੀਰ ਰੂਪੀ ਕਾਸਾ ਖੋਪੜੀ ਦੇ ਦਿਮਾਗ ਵਿੱਚ ਜਗ ਰਹੀ ਹੈ ਸਾਰਿਆਂ ਦੇ ਲਈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰ ਗਏ ਸੱਚ ਖਰੇ। ਸਾਹਿਬ ਆਖਦੇ ਹਨ ਕਿ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਜਨਮ ਸਵਾਰ ਲਿਆ, ਦਰਗਾਹ ਵਿੱਚ ਉਹਨਾਂ ਨੂੰ ਸ਼ਰਨ ਮਿਲ ਗਈ ਸੱਚ ਦੇ ਉੱਤੇ, ਕਿਉਂਕਿ ਇਹ ਸੱਚੀ ਚੀਜ਼ ਹੈ। ਤੇ ਉਹਨਾਂ ਦੇ ਜਨਮ ਦੇ ਬਾਅਦ ਉਹਦੇ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਦੇ ਲਈ ਫਿਰ ਇਹ ਸਰੀਰ ਮਿਲਿਆ ਵੀ ਉਹ ਸੇਵਾ ਲਈ ਮਿਲਿਆ, ਨਾ ਕਿ ਕਿਸੇ ਸੁੱਖ ਲਈ ਮਿਲਿਆ। ਸੁੱਖ ਤੇ ਅੱਗੇ ਸੇਵਾ ਹਾਸਲ ਕੀਤੀ। ਬਾਕੀ ਉਹ ਰੱਬ ਪਰਮਾਤਮਾ ਸਾਰਿਆਂ ਦਾ ਸਾਂਝਾ ਹੈ, ਔਰ ਉਹਦੀ ਸੇਵਾ ਵੀ ਸਾਰੀ ਸਾਂਝੀ ਹੋਣੀ ਚਾਹੀਦੀ ਹੈ। ਤੇ ਅੱਜ ਦੇ ਵਕਤ ਦੇ ਮੁਤਾਬਕ ਤੁਹਾਨੂੰ ਆਪਣੇ ਰੂਹਾਨੀ ਚੀਜ਼ਾਂ ਨੂੰ, ਰੱਬੀ ਚੀਜ਼ਾਂ ਨੂੰ, ਪਰਮਾਤਮਾ ਦੇ ਪ੍ਰੇਮ ਨੂੰ ਪਾਉਣ ਦੇ ਲਈ, ਹਾਸਲ ਕਰਨ ਦੇ ਲਈ ਕਿਸੇ ਪਾਠ ਦੀ, ਕਿਸੇ ਪੂਜਾ ਦੀ, ਕਿਸੇ ਪੁੰਨ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ ਪ੍ਰੇਮ ਦੀ ਲੋੜ ਹੈ। ਉਹ ਪ੍ਰੇਮ ਜਿਹਦੇ ਨਾਲ ਤੁਹਾਡੀ ਇਸ ਸਰੀਰ ਦੀ ਜਿਹੜੀ ਪਾਵਨਤਾ ਰੂਪ ਹੈ ਉਹ ਪੈਦਾ ਹੋ ਸਕੇ। ਤੇ ਉਹ ਕਦੋਂ ਪੈਦਾ ਹੋਵੇਗੀ? ਉਹ ਤਾਂ ਅਸੀਂ ਤੁਹਾਨੂੰ ਬਾਰ-ਬਾਰ ਕਹਿੰਦੇ ਹਾਂ, ਸੰਤ ਸ਼ਰਨ ਜਾਓ, ਨਾਮ ਦੀ ਪ੍ਰਾਪਤੀ ਕਰੋ, ਤੁਹਾਡਾ ਜੀਵਨ ਉੱਚਾ ਸੁੱਚਾ ਹੋ ਸਕੇ, ਤੁਸੀਂ ਜੀਵਨ 'ਚ ਉੱਚੇ ਉੱਠੋ, ਉੱਚਾ ਤੁਹਾਡਾ ਰੂਪ ਆਵੇ, ਉੱਚੀ ਤੁਸੀਂ ਸ਼ਰਨ ਪ੍ਰਾਪਤ ਕਰੋ, ਜਿਹਦੇ ਨਾਲ ਤੁਹਾਡਾ ਜਾਮਾ ਔਖਾ ਜਿਹੜਾ ਹੈ ਉਹ ਸੌਖਾ ਹੋ ਜਾਵੇ, ਤੇ ਤੁਹਾਡੀ ਜਿਹੜੀ ਸੇਵਾ ਹੈ ਉਹ ਪਰਮਾਤਮਾ ਨੂੰ ਪ੍ਰਵਾਨ ਹੋ ਜਾਵੇ। ਸਰਬ ਸੁਖਾ ਨਿਧ ਚਰਨ ਹਰ, ਪਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀਂ ਜਰੇ। ਸੈਫੇ ਸਾਨੂੰ ਆਖਰ ਤੇ ਬਿਆਨ ਕਰ ਦਿੰਦੇ ਕਿ हे ਪ੍ਰਮਾਤਮਾ, हे ਮੇਰੇ ਦਾਤਾ, हे ਮੇਰੇ ਮਿਹਰਬਾਨ, ਮੇਰਾ ਜਿਹੜਾ ਗੰਦਗੀ ਦਾ ਰੂਪ ਹੈ ਮੇਰੇ ਕੋਲ ਨਹੀਂ ਜਰਿਆ ਜਾਂਦਾ, ਤੇ ਬਿਖ ਰੁਕ ਹੈ,
रूप है, मन तो अपना रूप दे, अपनी शरण दे, अपनी संगत दे, अपनी सेवा दे, अपना सिमरन दे। हे दाता मैं तेरे तो विछड़ के नहीं रह सकता, मेरा एक पल घड़ी औखा है, जिस साहब आखदे ने एक घड़ी दिन समोको बहुत दिहाड़े, मन ना रहे कैसे मिलूं प्यारे, हूँ तो मन तेरे बगैर नहीं लगता। जिस तू कहना चिट्ठी पाँदे अपने किसी दोस्त मित्र सज्जन बेली नूं, भाई मित्रा जां भाई सज्जना तेरे बगैर हुण दिल नहीं लगता, दिल उदास है। जैसा कि थोड़े ने किसी लिखत विच लिखा है, तेरे बगैर किसी चीज़ की कमी तो नहीं, पर तेरे बगैर तबीयत उदास है। कमी तो नहीं कोई होंदी, पर तेरे तबीयत उदास हो जाती है कदे कदे। तो इसी तरह साहब ने अपने मजमून च लिखा है कि दाता तेरी मेहर, तेरी कृपा, तेरा स्वरूप जिहड़ा है ये तुसी कायम रखो, और ਉਹਦੇ ਵਿੱਚ मतलब कि थोड़ा जामा उच्चा हो सके। सो है प्यार मुहब्बत ਦੀਆਂ ਖੇਡਾਂ। नानक नाम तेरे पण सरपाता। असी थोड़ा ना क्यों थोड़ा ख्याल बाहर गए धुप उत्ते, वो भी कोठे हटते आए दफ्तर से प्रधान जी लगे सी। शुक्ल जिहड़ा ना शुक्ल वो एक सांझ दा हुंदा, देखो ना मखौल वो किनू तकलीफ दे बनांदा, किनू जाने ना मखौल कर जाना, टिस्कर कर जाना। एक ना शुक्ल वो ना सांझ दा। तो असी हस रहे सी कि प्रधान जी कि जो राती जान लगे सन तुहानू कहा सी कि जरा उपर कह दईओ रब नूं कि भाई सिरे थोड़ी धुप लावे, तुसीं ये काम की कीता। कहना जी असीं तो बहुत काम किया ते गल कोई बनी नहीं। मैं कहा कहंदे तुहानू ही कहंदे रहे तुसीं सुनी नहीं। मैं कहा मैं जिथे जाना सी मैं उत्थे सुत्ता सी, मैं इत्थे थोड़ा सा जे तुहाडी मैं गल सुन लैंदा। चलो हुण तुसीं गल कर रहे हो कोई नहीं, फिर असीं गलबात उन्हां कीती कि ऐसा ऐसा होया। तो रब ने जो उन्हें फिर गल की दिल जाके चलो सुन लवो, और रब ने सुन ली, ने धुप दे दी। फिर मैं कहा तुहाडी गल नहीं सुनी, अज सुते सां किते होर। सो इस वास्ते भाव कहण दा कि सिर्फ इहो ही है कि वो थोड़ी प्रीत प्रेम नूं तकदा है, तुहाडे भैड़ेपन नूं तकदा। जिहड़े भैड़ेपन तकन लग पैंदे ने उन्हां प्रेम किसे नाल की करना। सो ऐसा कि रब बड़ा मेहरबान है, दयालु है और बख्शनहार है, और साढ़े कदे भी उन्होंने गुनाहों नूं नहीं तकिया। वो जानता भी है गुनाहगार हाँ, मगर फिर सानूं कहने तू गुण पैदा कर, गुनाह ना पैदा कर। जिस तरह असीं पिछे क्या ही जगत जनून जिहड़ा है, जिस्म ते जनून जगत चलावन वास्ते है, पर जगत चलता नहीं। जे तुसीं जगत चलाना चाहते हो रब नूं तो फिर जमीर पैदा करो। जिस्म और जनून की करना तुसाने, जिहदी जमीर ही खत्म हो गई वो जवान ते नौजवान नहीं है। नानक नाम